ਜਦੋਂ ਅਸੀਂ ਆਪਣੇ ਆਸੇ-ਪਾਸੇ ਦੇ ਪ੍ਰਗਟਾਵਿਆਂ ਨੂੰ ਦੇਖਦੇ ਹਾਂ ਤਾਂ ਸਾਡੇ ਬਹੁਤੀਆਂ ਰੁਚੀਆਂ ਜਿਹੜੀਆਂ ਨੇ ਉਹ ਕੇਂਦਰ ਮੁਖੀ ਹੁੰਦੀਆਂ ਨੇ, ਅਤੇ ਕੋਈ ਨਾ ਕੋਈ ਧਿਰ ਜਿਹੜੀ ਸਮਾਜ ਦੇ ਵਿੱਚ ਉਸ ਨੂੰ ਇਤਿਹਾਸਕ ਤੌਰ 'ਤੇ ਅਜਿਹੇ ਮੌਕੇ ਮਿਲਦੇ ਨੇ ਕਿ ਉਹ ਕੇਂਦਰ ਦੇ ਵਿੱਚ ਸਥਾਪਿਤ ਹੋ ਜਾਂਦੀ ਹੈ, ਅਤੇ ਸਾਰੇ ਹੀ ਪ੍ਰਵਚਨਾਂ ਨੂੰ ਅਤੇ ਸਾਰੇ ਉਚਾਰਾਂ ਨੂੰ, ਸਾਰੀਆਂ ਸਿਰਜਣਾਵਾਂ ਨੂੰ ਪਰਿਭਾਸ਼ਿਤ ਕਰਨ ਦਾ ਅਤੇ ਉਸ ਨੂੰ ਪ੍ਰਭਾਵਿਤ ਕਰਨ ਦਾ ਸਾਰਾ ਜਿਹੜਾ ਇੱਕ ਤਰ੍ਹਾਂ ਦਾ ਧੁਰਾ ਉਹ ਧਿਰ ਬਣ ਜਾਂਦੀ ਹੈ। ਬਹੁਤ ਵਾਰ ਜਦੋਂ ਅਸੀਂ ਪੰਜਾਬੀ ਸੱਭਿਆਚਾਰ ਕਹਿੰਦੇ ਹਾਂ ਤਾਂ ਪੰਜਾਬੀ ਸੱਭਿਆਚਾਰ ਦੀਆਂ ਸਾਰੀਆਂ ਵੰਨ ਸੁਵੰਨਤਾਵਾਂ ਨੂੰ ਆਪਣੇ ਅੰਦਰ ਸਮੋ ਕੇ ਕਨਸੈਪਚੁਲਾਈਜ਼ ਨਹੀਂ ਹੋ ਰਿਹਾ ਹੁੰਦਾ। ਕੋਈ ਇੱਕ ਧਿਰ ਜਿਸ ਨੂੰ ਅਸੀਂ ਆਮ ਕਹਿ ਦਿੰਦੇ ਹਾਂ ਕਿ ਪੇਂਡੂ ਕਿਸਾਨੀ ਜਿਹੜੀ ਹੈ, ਉਸ ਦਾ ਸੱਭਿਆਚਾਰ, ਉਸ ਦੀ ਲੋਕਧਾਰਾ ਨੂੰ ਹੀ ਜ਼ਿਆਦਾਤਰ ਅਸੀਂ ਪੰਜਾਬੀ ਲੋਕਧਾਰਾ ਅਤੇ ਪੰਜਾਬੀ ਸੱਭਿਆਚਾਰ ਦੇ ਤੌਰ 'ਤੇ ਜਾਣਦੇ ਰਹੇ ਹਾਂ। ਇਸ ਤਰ੍ਹਾਂ ਜਦੋਂ ਅਸੀਂ ਪੰਜਾਬੀ ਕਹਿੰਦੇ ਹਾਂ ਤਾਂ ਪੰਜਾਬੀ ਦਾ ਮਤਲਬ ਮੁੱਖ ਤੌਰ 'ਤੇ ਟਕਸਾਲੀ ਭਾਸ਼ਾ ਹੀ ਬਣ ਜਾਂਦਾ। ਪਹਿਲਾਂ ਇਸ ਦੇ ਵਿੱਚ ਟਕਸਾਲੀ ਦੇ ਵਿੱਚ ਅਸੀਂ ਕਹਿੰਦੇ ਸੀ ਕਿ ਮਾਝੀ ਜਿਹੜੀ ਆ ਉਸਨੇ ਟਕਸਾਲੀ ਦਾ ਰੁਤਬਾ ਹਾਸਲ ਕੀਤਾ ਹੋਇਆ। ਫਿਰ ਬਾਅਦ ਦੇ ਵਿੱਚ ਇਹ ਹੋਇਆ ਕਿ ਉਹ ਸ਼ਿਫਟ ਹੋ ਕੇ ਮਲਵਈ ਵੱਲ ਨੂੰ ਚਲੇ ਗਈ, ਅਤੇ ਹੁਣ ਜਿਹੜੀ ਮਲਵਈ ਦਾ ਮੰਨਿਆ ਜਾਂਦਾ ਕਿ ਜਿਹੜਾ ਸਰੂਪ ਹੈ ਉਹ ਟਕਸਾਲੀ ਨੂੰ ਜ਼ਿਆਦਾ ਪ੍ਰਭਾਵਿਤ ਕਰ ਰਿਹਾ ਹੈ। ਉਹਦਾ ਕਾਰਨ ਸ਼ਾਇਦ ਇਹ ਹੋਊਗਾ ਕਿ ਜਿਹੜੀ ਪੰਜਾਬੀ ਯੂਨੀਵਰਸਿਟੀ ਦਾ ਹੋਣਾ ਅਤੇ ਸਾਰਾ ਜਿਹੜਾ ਇਹ ਖਿੱਤਾ ਮਾਲਵੇ ਦਾ, ਉਹਦੇ ਵਿੱਚ ਵਿੱਦਿਆ ਦਾ ਪ੍ਰਬੰਧ ਜਿਸ ਤਰ੍ਹਾਂ ਦਾ ਵਿਉਂਤਿਆ ਗਿਆ ਸੀ ਪੰਜਾਬੀ ਭਾਸ਼ਾ ਨੂੰ ਕੇਂਦਰ ਵਿੱਚ ਰੱਖ ਕੇ, ਉਸ ਦਾ ਕੋਈ ਪ੍ਰਭਾਵ ਵੀ ਹੋ ਸਕਦਾ। ਤਾਂ ਜਿਹੜੀਆਂ ਇਸ ਦੇ ਨੇੜੇ ਤੇੜੇ ਦੀਆਂ ਹੋਰ ਭਾਸ਼ਾਵਾਂ ਨੇ, ਉਹ ਭਾਸ਼ਾਵਾਂ ਹੀ ਸਿਰਫ ਹਾਸ਼ੀਏ 'ਤੇ ਨਹੀਂ ਚਲੇ ਜਾਂਦੀਆਂ, ਸਗੋਂ ਜਦੋਂ ਅਸੀਂ ਕੋਸ਼ਕਾਰੀ ਕਰਦੇ ਹਾਂ, ਕੋਸ਼ਾਂ ਦੇ ਵਿੱਚ ਜਿਹੜੇ ਸਾਡੇ ਸੁਭਾਵਿਕ ਉਚਾਰਨ ਹੁੰਦੇ ਨੇ ਅਲੱਗ-ਅਲੱਗ ਖਿੱਤਿਆਂ ਦੇ ਵਿੱਚ, ਉਹ ਉਚਾਰਨ ਵੀ ਗਲਤ ਸਾਬਤ ਹੋ ਜਾਂਦੇ ਨੇ। ਜਿਵੇਂ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਸੱਸੇ ਪੈਰ ਬਿੰਦੀ ਦੇ ਉਚਾਰਨ ਦੀ ਦਿੱਕਤ ਹੈਗੀ ਆ। ਸਾਡੇ ਬਹੁਤ ਸਾਰੇ ਵਿਦਿਆਰਥੀ ਨੇ ਜਦੋਂ ਉਹ ਇੱਥੇ ਬੋਲਦੇ ਨੇ ਇੱਕ ਖਾਸ ਏਰੀਆ ਜਿਹਦੇ ਵਿੱਚ ਉਹ ਸੱਸੇ ਪੈਰ ਬਿੰਦੀ ਉਚਾਰ ਨਹੀਂ ਸਕਦੇ, ਅਤੇ ਉਹ ਸ਼ ਨੂੰ ਸ ਕਹਿਣਗੇ ਤਾਂ ਅਸੀਂ ਉਸ ਨੂੰ ਗਲਤ ਕਹਿੰਦੇ ਹਾਂ ਵੀ ਇਹ ਗਲਤ ਹੈ। ਇਹ ਆਪਣੇ ਆਪ ਦੇ ਵਿੱਚ ਡਿਬੇਟ ਦਾ ਮਸਲਾ ਹੈ ਕਿ ਉਸ ਨੂੰ ਅਸੀਂ ਉਸ ਨੂੰ ਉਪਭਾਸ਼ਾਈ ਰੂਪਾਂਤਰਣ ਮੰਨੀਏ ਕਿ ਗਲਤ ਮੰਨੀਏ। ਮੇਰੀ ਆਪਣੀ ਰਾਏ ਇਹ ਹੈ ਕਿ ਇਹ ਇੱਕ ਭਾਸ਼ਾਈ ਆਦਤ ਹੈ, ਹੈਬਿਟ ਹੈ, ਉਸ ਬੰਦੇ ਦੀ ਨਿੱਜੀ ਗਲਤੀ ਨਹੀਂ ਹੈਗੀ। ਉਸ ਖਿੱਤੇ ਦੇ ਵਿੱਚ ਜਿਸ ਤਰ੍ਹਾਂ ਨਾਲ ਧੁਨੀਆਂ ਦਾ ਉਚਾਰਨ ਹੁੰਦਾ, ਉਹ ਉਚਾਰਨ ਉਸਨੇ ਉੱਥੋਂ ਸਿੱਖਿਆ ਹੋਇਆ। ਸਾਡੇ ਬਹੁਤ ਸਾਰੇ ਕਾਲਜ ਨੇ ਜਿਹੜੇ ਪੁਆਧੀ ਬੋਲਣ ਵਾਲੇ ਬੱਚੇ ਉੱਥੇ ਪੜ੍ਹਦੇ ਨੇ। ਜਦੋਂ ਉਹ ਆਉਂਦੇ ਨੇ ਅਤੇ ਉਹ ਪੜ੍ਹਦੇ ਉੱਥੇ ਆਪਣੀ ਗੱਲਬਾਤ ਕਰਦੇ ਨੇ, ਕਲਾਸਾਂ ਦੇ ਵਿੱਚ ਬੋਲਦੇ ਨੇ ਇੱਕ ਦੂਜੇ ਨਾਲ, ਤਾਂ ਜਿਵੇਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਕਹਿ ਦਿੱਤਾ ਜਾਂਦਾ ਕਿ ਪੰਜਾਬੀ ਬੋਲਣੀ ਨਹੀਂ ਹੈਗੀ, ਪੰਜਾਬੀ ਬੋਲਣ ਦਾ ਜੁਰਮਾਨਾ ਲੱਗਦਾ ਅਤੇ ਪੰਜਾਬੀ ਬੋਲਣ ਵਾਲੇ ਬੰਦੇ ਨੂੰ ਉੱਥੇ ਸਨੱਬ ਕੀਤਾ ਜਾਂਦਾ। ਉਸੇ ਤਰ੍ਹਾਂ ਨਾਲ ਕਾਲਜਾਂ ਦੇ ਵਿੱਚ ਪੁਆਧੀ ਬੋਲਣ ਵਾਲੇ ਬੱਚਿਆਂ ਨੂੰ ਮਤਲਬ ਕਿਹਾ ਜਾਂਦਾ ਕਿ ਤੂੰ ਅਨਪੜ੍ਹਾਂ ਵਾਂਗੂ ਬੋਲਦਾ। ਤਾਂ ਸਾਡਾ ਵਤੀਰਾ ਜਿਹੜਾ ਹੈਗਾ ਉਹ ਉਪਭਾਸ਼ਾਵਾਂ ਵੱਲ ਇਸ ਕਿਸਮ ਦਾ, ਅਤੇ ਉਪਭਾਸ਼ਾਵਾਂ ਨੂੰ ਵੀ ਅਸੀਂ ਇੱਕ ਤਰ੍ਹਾਂ ਨਾਲ ਹਾਸ਼ੀਏ 'ਤੇ ਧੱਕ ਦਿੰਦੇ ਹਾਂ। ਮੁੱਖ ਤੌਰ 'ਤੇ ਜਦੋਂ ਉਪਭਾਸ਼ਾਵਾਂ ਦੀ ਗੱਲ ਹੁੰਦੀ ਹੈ ਤਾਂ ਉਹ ਮਲਵਈ ਦੀ, ਮਾਝੀ ਦੀ, ਵੱਧ ਤੋਂ ਵੱਧ ਦੁਆਬੀ ਦੀ। ਪਰ ਜਦੋਂ ਉਪਭਾਸ਼ਾਈ ਰੰਗ ਨੂੰ ਤਿਆਗ ਕੇ ਬੰਦਾ ਟਕਸਾਲੀ ਦੇ ਨਾਲ ਜੁੜਦਾ ਹੈ ਤਾਂ ਮੇਰੇ ਖਿਆਲ ਦੇ ਵਿੱਚ ਅਸੀਂ ਭਾਸ਼ਾ ਦਾ ਨੁਕਸਾਨ ਕਰਨ ਵੱਲ ਵੀ ਜਾ ਰਹੇ ਹੁੰਦੇ ਹਾਂ, ਕਿਉਂਕਿ ਬਹੁਤ ਸਾਰੀ ਸ਼ਬਦਾਵਲੀ ਉਸ 'ਚੋਂ ਖਿਸਕ ਜਾਂਦੀ ਹੈ ਜਿਹੜੀ ਕਿ ਕੋਸ਼ਾਂ ਦੇ ਵਿੱਚ ਹੋ ਸਕਦੀ ਹੁੰਦੀ ਹੈ। ਮੇਰਾ ਆਪਣਾ ਮੰਨਣਾ ਇਹ ਹੈ ਕਿ ਜਿਹੜੇ ਇਹ ਉਚਾਰਨ ਭੇਦ ਨੇ ਇਹ ਵੀ ਕੋਸ਼ਾਂ ਦੇ ਵਿੱਚ ਹੋਣੇ ਚਾਹੀਦੇ ਨੇ। ਮੈਡਮ ਸੁਮਨਪ੍ਰੀਤ ਬੈਠੇ ਨੇ, ਇਸ ਗੱਲ ਬਾਰੇ ਜ਼ਿਆਦਾ ਦਰੁਸਤ ਰਾਏ ਰੱਖ ਸਕਦੇ ਹੋਣਗੇ ਕਿ ਕੀ ਅਸੀਂ ਜਿਹੜੇ ਇਹ ਕੋਸ਼ਾਂ ਦੇ ਵਿੱਚ ਉਚਾਰਣੀ ਭੇਦਾਂ ਨੂੰ ਸ਼ਾਮਿਲ ਕਰ ਸਕਦੇ ਹਾਂ, ਜਿਵੇਂ ਬਹੁਤ ਸਾਰੀਆਂ ਹੋਰ ਭਾਸ਼ਾਵਾਂ ਦੇ ਵਿੱਚ ਉਚਾਰਣੀ ਭੇਦ ਅਸੀਂ ਸ਼ਾਮਿਲ ਕਰਦੇ ਹਾਂ, ਜਿਵੇਂ ਅਮਰੀਕਨ ਇੰਗਲਿਸ਼ ਦੀ ਗੱਲ ਕਰਦੇ ਹਾਂ, ਬ੍ਰਿਟਿਸ਼ ਇੰਗਲਿਸ਼ ਦੀ ਗੱਲ ਕਰਦੇ ਹਾਂ, ਹੁਣ ਇੰਡੀਅਨ ਇੰਗਲਿਸ਼ ਦੀ ਗੱਲ ਵੀ ਹੁੰਦੀ ਹੈ। ਤਾਂ ਕੀ ਇਹ ਉਚਾਰਨ ਭੇਦ ਕੋਸ਼ ਦੇ ਵਿੱਚ ਇਹਨਾਂ ਨੂੰ ਐਡਰੈਸ ਕੀਤਾ ਜਾ ਸਕਦਾ ਕਿ ਨਹੀਂ ਕੀਤਾ ਜਾ ਸਕਦਾ? ਤਾਂ ਮੈਨੂੰ ਲੱਗਦਾ ਕਿ ਭਾਸ਼ਾਵਾਂ ਗਰੀਬ ਹੋ ਜਾਂਦੀਆਂ ਨੇ ਜਦੋਂ ਉਪ ਭਾਸ਼ਾਵਾਂ ਕੇਂਦਰ ਤੋਂ ਦੂਰ ਚਲੇ ਜਾਣਗੀਆਂ। ਸਾਡੇ ਕੋਲ ਬਹੁਤ ਸਾਰੀ ਅਜਿਹੀ ਸ਼ਬਦਾਵਲੀ ਹੈ ਜਿਹੜੀ ਵੱਖ-ਵੱਖ ਖਿੱਤਿਆਂ ਦੇ ਵਿੱਚ, ਵੱਖ-ਵੱਖ ਕਬੀਲਿਆਂ ਦੇ ਕੋਲ, ਵੱਖ-ਵੱਖ ਭਾਸ਼ਾਈ ਸਮੂਹਾਂ ਦੇ ਕੋਲ ਉਸ ਜਿਹੜੀ ਸ਼ਬਦਾਵਲੀ ਹੈ ਸਾਰੀ, ਉਸ ਨੂੰ ਅਸੀਂ ਜੇ ਆਪਣੇ ਕੋਸ਼ 'ਚ ਇਕੱਠੇ ਕਰਾਂਗੇ ਤਾਂ ਪਾਤਰ ਸਾਹਿਬ ਕਹਿੰਦੇ ਹੁੰਦੇ ਨੇ ਕਿ ਪੰਜਾਬੀ ਦੀ ਜਿਹੜੀ ਸ਼ਬਦਾਵਲੀ ਆ ਉਹ ਅੰਗਰੇਜ਼ੀ ਦੀ ਸ਼ਬਦਾਵਲੀ ਨਾਲੋਂ ਡੇਢੀ ਹੈ, ਪਰ ਸਾਡੀ ਉਹ ਇਕੱਠੀ ਨਹੀਂ ਹੋਈ ਸਾਡੀ ਉਹ ਸਾਰੀ ਸ਼ਬਦਾਵਲੀ ਦਾ ਜਿਹੜਾ ਕੋਸ਼ ਹੈ ਸਾਡੇ ਕੋਲ ਉਪਲਬਧ ਨਹੀਂ ਹੈਗੇ। ਬਹੁਤ ਥੋੜ੍ਹੇ ਸ਼ਬਦ ਨੇ ਸਾਡੇ ਡਿਕਸ਼ਨਰੀਆਂ ਦੇ ਵਿੱਚ। ਤਾਂ ਇਸ ਨਾਲ ਜੇ ਅਸੀਂ ਆਪਣੇ ਕੰਮਾਂ ਦੇ ਬਾਰੇ ਸੋਚੀਏ ਤਾਂ ਜਿਹੜੇ ਕੰਮ ਅਸੀਂ ਭਾਸ਼ਾ ਦੇ ਰਾਹੀਂ ਕਰਨਾ ਚਾਹੁੰਦੇ ਹਾਂ, ਉਹਨਾਂ ਕੰਮਾਂ ਦੇ ਵਿੱਚ ਜ਼ਿਆਦਾ ਸਾਡੇ ਕੋਲ ਸੰਪੰਨਤਾ ਹੋਊਗੀ, ਭਾਸ਼ਾਈ ਸੰਪੰਨਤਾ ਹੋਊਗੀ ਜੇ ਅਸੀਂ ਉਹ ਸਾਰੀ ਸ਼ਬਦਾਵਲੀ ਨੂੰ ਕੇਂਦਰ ਦੇ ਨੇੜੇ ਲੈ ਕੇ ਆਉਂਦੇ ਹਾਂ। ਇਸੇ ਤਰ੍ਹਾਂ ਨਾਲ ਲੋਕਧਾਰਾ ਦੇ ਪੱਖੋਂ ਜਿਹੜਾ ਹੁਣ ਤੱਕ ਦੇ ਬਹੁਤੇ ਕੰਮ ਨੇ
ਉਹ ਪਿੰਡ ਨਾਲ ਸੰਬੰਧਿਤ ਨੇ। ਹੁਣ ਕੁਝ ਕੰਮ ਨੇ ਜਿਹੜੇ ਅਸੀਂ ਇੱਕ PhD ਪੰਜਾਬੀ ਵਿਭਾਗ 'ਚ ਹੋਈ ਹੈ ਕਸਬਈ ਸੱਭਿਆਚਾਰ ਦੇ ਉੱਪਰ, ਵੀ ਕਸਬੇ ਦਾ ਸੱਭਿਆਚਾਰ ਹੁੰਦਾ। ਅਸੀਂ ਹੁਣ ਕਹਿ ਤਾਂ ਦਿੰਦੇ ਹਾਂ ਸਿਧਾਂਤਕ ਤੌਰ 'ਤੇ ਇਹ ਲੋਕਧਾਰਾ ਸ਼ਹਿਰ 'ਚ ਵੀ ਹੁੰਦੀ ਹੈ, ਪਰ ਸ਼ਹਿਰ ਨੂੰ ਅਸੀਂ ਉਸ ਤਰੀਕੇ ਨਾਲ ਇੱਕ ਸੱਭਿਆਚਾਰਕ ਯੂਨਿਟ ਮੰਨਦੇ ਨਹੀਂ ਹੈਗੇ। ਪਿੰਡ ਨੂੰ ਅਸੀਂ ਸੱਭਿਆਚਾਰਕ ਯੂਨਿਟ ਮੰਨ ਕੇ ਚੱਲਦੇ ਹਾਂ। ਤਾਂ ਉਸ ਢੰਗ ਨਾਲ ਇੱਕ ਸ਼ਹਿਰੀ ਬੰਦਾ ਅਤੇ ਸ਼ਹਿਰ ਆਪਣੇ ਆਪ ਦੇ ਵਿੱਚ ਹਾਸ਼ੀਆਗ੍ਰਸਤ ਹੋ ਜਾਂਦਾ ਜਦੋਂ ਅਸੀਂ ਉਸ ਨੂੰ ਉਸ ਤਰੀਕੇ ਨਾਲ ਪ੍ਰਮਾਣਿਕ ਟਕਸਾਲੀ ਪੰਜਾਬੀ ਨਹੀਂ ਮੰਨਦੇ। ਉਹਦੀਆਂ ਸਿਰਜਣਾਵਾਂ ਨੂੰ ਅਸੀਂ ਪੰਜਾਬੀ ਲੋਕਧਾਰਾ ਦੇ ਵਿੱਚ ਸਥਾਨ ਨਹੀਂ ਦਿੰਦੇ। ਇੱਕ ਮੁਹੱਲਾ ਸੱਭਿਆਚਾਰ ਸ਼ਹਿਰ ਦਾ, ਉਸ ਸੱਭਿਆਚਾਰ ਦੀਆਂ ਆਪਣੀਆਂ ਕੁਝ ਰਵਾਇਤਾਂ ਅਤੇ ਆਪਣਾ ਉਹਦਾ ਇੱਕ ਕਹਿ ਲਓ ਕਿ ਇੱਕ ਨਾਤਾ ਦਾ ਪ੍ਰਬੰਧ ਹੈ। ਅਸੀਂ ਉਹ ਬਹੁਤਾ ਕੁਝ ਐਡਰੈਸ ਨਹੀਂ ਕੀਤੇ। ਅਸੀਂ ਪਿੰਡ ਦੇ ਵਿੱਚ ਈਵਨ ਪਿੰਡ ਵੀ ਆਪਣੇ ਆਪ ਦੇ ਵਿੱਚ ਪਿੰਡ ਮੁਕੰਮਲ ਤੌਰ 'ਤੇ ਕਵਰ ਨਹੀਂ ਹੁੰਦਾ ਜਦੋਂ ਪਿੰਡ ਦੇ ਵਿੱਚ ਕੁਝ ਧਿਰਾਂ ਸੱਭਿਆਚਾਰ ਦਾ ਉਸ ਤਰ੍ਹਾਂ ਦਾ ਹਿੱਸਾ ਨਹੀਂ ਮੰਨੀਆਂ ਜਾਂਦੀਆਂ ਜਾਂ ਕਹਿੰਦੇ ਆ ਕਿ ਇਹ ਵਿਗੜਿਆ ਹੋਇਆ ਸੱਭਿਆਚਾਰ ਹੈ। ਤਾਂ ਜਿਹੜਾ ਦਮਨ ਹੈ ਉਹ ਸੱਭਿਆਚਾਰ ਦੇ ਪੱਧਰ 'ਤੇ ਵੀ ਹੁੰਦਾ, ਪ੍ਰਵਚਨ ਦੇ ਪੱਧਰ ਦੇ ਉੱਪਰ ਵੀ ਦਮਨ ਹੁੰਦਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਸੰਬੋਧਿਤ ਹੋਣ ਵਾਸਤੇ ਅਸੀਂ ਇਹ ਸੈਮੀਨਾਰ, ਇਸ ਕਾਨਫਰੰਸ ਨੂੰ ਉਲੀਕਿਆ। ਮੁੱਢ ਦੇ ਵਿੱਚ ਜਦੋਂ ਅਸੀਂ ਇਹਦਾ ਟਾਈਟਲ ਰੱਖਿਆ ਕਿ ਹਾਸ਼ੀਆਗਤ ਧਿਰਾਂ ਦੀਆਂ ਭਾਸ਼ਾਵਾਂ ਅਤੇ ਸੱਭਿਆਚਾਰ, ਤਾਂ ਥੋੜ੍ਹੀ ਦੇਰ ਬਾਅਦ ਭੁਪਿੰਦਰ ਸਿੰਘ ਖਹਿਰਾ ਹੋਰਾਂ ਦੀ ਗੱਲ ਇੱਕ ਦੋ ਜਣਿਆਂ ਨਾਲ ਹੋਈ ਅਤੇ ਉਹਨਾਂ ਨੇ ਕਿਹਾ ਵੀ ਇਹ ਠੀਕ ਨਹੀਂ, ਹਾਸ਼ੀਆਗਤ ਕੋਈ ਸੱਭਿਆਚਾਰ, ਕੋਈ ਲੋਕਧਾਰਾ ਹੁੰਦੀ ਨਹੀਂ। ਮੈਨੂੰ ਲੱਗਦਾ ਇਹ ਵੀ ਉਸੇ ਪਹੁੰਚ ਦੇ ਵਿੱਚੋਂ ਨਿਕਲੀ ਹੋਈ ਗੱਲ ਹੈ ਜਿਸ ਪਹੁੰਚ ਦੇ ਬਰਅਕਸ ਅਸੀਂ ਇਹ ਕਰਨਾ ਚਾਹੁੰਦੇ ਹਾਂ ਕਿ ਜਿੰਨੀਆਂ ਵੀ ਧਿਰਾਂ ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਸਾਰੀਆਂ ਨੂੰ ਸੰਬੋਧਿਤ ਹੋਇਆ ਜਾਵੇ, ਉਹਨਾਂ ਨੂੰ ਇੱਕ ਮੰਚ ਮੁਹੱਈਆ ਕਰਵਾਇਆ ਜਾਵੇ ਜਿਸ ਵਿੱਚ ਉਹਨਾਂ ਦੀਆਂ ਸਿਰਜਣਾਵਾਂ ਦੇ ਬਾਰੇ ਗੱਲ ਹੋਵੇ। ਪਹਿਲਾਂ ਵੀ ਕਬੀਲਿਆਂ ਦੇ ਉੱਪਰ ਅਸੀਂ ਕੱਲ੍ਹ ਪੇਪਰ ਪੜ੍ਹੇ ਗਏ ਨੇ, ਕੱਲ੍ਹ ਅਤੇ ਪਰਸੋਂ 2 ਦਿਨਾਂ ਦੇ ਵਿੱਚ ਅਸੀਂ ਇਸ ਤਰ੍ਹਾਂ ਦੇ ਕੁਝ ਪੇਪਰਾਂ ਨੂੰ ਪੜ੍ਹਵਾ ਸਕੇ ਹਾਂ, ਲਿਖਵਾ ਸਕੇ ਹਾਂ। ਇਸ ਦੇ ਵਿੱਚ ਵੀ ਇਹ 'ਚ ਕਿੰਨਰਾਂ ਬਾਰੇ ਵੀ ਪੇਪਰ ਨੇ, ਇਹਦੇ 'ਚ ਕਬੀਲਿਆਂ ਬਾਰੇ ਵੀ ਪੇਪਰ ਨੇ, ਅਤੇ ਇਹਦੇ 'ਚ ਉਪਭਾਸ਼ਾਈ ਜਿਹੜੀਆਂ ਵੰਨਗੀਆਂ ਨੇ ਜਿਹੜੀਆਂ ਹਾਸ਼ੀਆਗਤ ਨੇ, ਜਿਵੇਂ ਬਾਂਗਰ ਨੂੰ ਅਸੀਂ ਕਿੱਥੇ ਰੱਖਾਂਗੇ, ਬਾਂਗਰੂ ਨੂੰ ਅਸੀਂ ਨਾ ਅਸੀਂ ਹਿੰਦੀ ਅਤੇ ਨਾ ਪੰਜਾਬੀ, ਅਤੇ ਉਸ ਦੇ ਬਾਰੇ ਵੀ ਪੇਪਰ ਇੱਥੇ ਪੜ੍ਹੇ ਜਾਣਗੇ। ਮੈਨੂੰ ਉਮੀਦ ਹੈ ਕਿ ਇਹ ਕਾਨਫਰੰਸ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋਊਗੀ, ਉਸ ਨੂੰ ਪ੍ਰਾਪਤ ਕਰਨ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਅਤੇ ਇਹ ਚਰਚਾ ਜਿਹੜੀ ਹੈਗੀ ਆ ਇਸ ਕਾਨਫਰੰਸ ਤੋਂ ਬਾਹਰ ਜਾਊਗੀ ਅਤੇ ਅੱਗੇ ਜਿਹੜੀ ਹੋਣ ਵਾਲੀ ਖੋਜ ਹੈ ਉਸ ਨੂੰ ਇਹ ਕਾਨਫਰੰਸ ਪ੍ਰਭਾਵਿਤ ਕਰੂਗੀ। ਇਹਨਾਂ ਸ਼ਬਦਾਂ ਨਾਲ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।